ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਿਰਤਾਜ ਕਹਿ ਕੇ ਸਤਿਕਾਰ ਦਿੰਦੇ ਹਾਂ, ਬਿਨਾਂ ਸ਼ੱਕ ਦੁਨੀਆ ਭਰ ਦੇ ਇਤਿਹਾਸ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਇੱਕ ਲਾਸਾਨੀ ਘਟਨਾ ਹੈ। ਪਰ ਉਹਨਾਂ ਦੀ ਸ਼ਹਾਦਤ ਦੀ ਮਹਾਨਤਾ ਨੂੰ ਸਮਝਣ ਵਾਸਤੇ ਬੜਾ ਜ਼ਰੂਰੀ ਹੈ ਕਿ ਅਸੀਂ ਉਹਨਾਂ ਕਾਰਨਾਂ ਤੋਂ ਜਾਣੂ ਹੋ ਸਕੀਏ ਜਿਹੜੇ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਅਸਲ ਦੇ ਵਿੱਚ ਕਾਰਨ ਸਨ। ਕਿਉਂਕਿ ਕਿਸੇ ਵੀ ਮਹਾਂਪੁਰਖ ਦੀ ਸ਼ਹਾਦਤ ਦੀ ਮਹਾਨਤਾ ਉਤਨੀ ਦੇਰ ਤੱਕ ਸਮਝੀ ਨਹੀਂ ਜਾ ਸਕਦੀ ਜਿਤਨੀ ਦੇਰ ਤੱਕ ਉਸ ਮਹਾਂਪੁਰਖ ਦੇ ਜੀਵਨ ਦਾ ਮਕਸਦ ਜਿਹੜਾ ਹੈ ਉਸ ਨੂੰ ਵਿਚਾਰਿਆ ਨਾ ਜਾਏ, ਉਸ ਦੇ ਜੀਵਨ ਦਾ ਉਦੇਸ਼ ਜਿਹੜਾ ਹੈ ਉਸ ਨੂੰ ਵਿਚਾਰਿਆ ਨਾ ਜਾਏ। ਉਸ ਦੇ ਜੀਵਨ ਦੇ ਨਿਸ਼ਾਨੇ ਕੀ ਸਨ, ਉਸ ਦੇ ਜੀਵਨ ਦੇ ਮਕਸਦ ਕੀ ਸਨ, ਜਿਨ੍ਹਾਂ ਦੀ ਪੂਰਤੀ ਵਾਸਤੇ ਉਸ ਨੂੰ ਆਪਣੇ ਸਮੁੱਚੇ ਜੀਵਨ ਨੂੰ ਵੀ ਲੇਖੇ ਲਗਾਉਣਾ ਪੈ ਜਾਵੇ। ਨਹੀਂ ਤੇ ਜਿੱਥੋਂ ਤੱਕ ਮਰਨ ਦੀ ਗੱਲ ਹੈ, ਜੇ ਇੱਕ ਪਾਸੇ ਕੋਈ ਸੂਰਮਾ ਰਣਭੂਮੀ ਦੇ ਵਿੱਚ ਜਾ ਕੇ ਜੂਝ ਕੇ ਮਰਦਾ ਹੈ ਤੇ ਉੱਥੇ ਦੂਸਰੇ ਪਾਸੇ ਕੋਈ ਚੋਰ, ਲੁਟੇਰਾ, ਕਾਤਲ ਹੋ ਸਕਦਾ ਹੈ ਉਹ ਵੀ ਆਪਣੇ ਅੰਤ ਸਮੇਂ ਸੂਲੀ ਦੇ ਉੱਤੇ ਚੜ੍ਹ ਕੇ ਫਾਹੇ ਲੱਗ ਕੇ ਆਪਣੇ ਪ੍ਰਾਣ ਦੇ ਦੇਵੇ। ਪਰ ਜਿਹੋ ਜੀ ਵਡਿਆਈ ਇੱਕ ਸੂਰਮੇ ਦੀ ਕੀਤੀ ਜਾਂਦੀ ਹੈ, ਉਸ ਦੀ ਜੈ ਜੈਕਾਰ ਕੀਤੀ ਜਾਂਦੀ ਹੈ, ਉਸ ਨੂੰ ਸ਼ਹੀਦ ਆਖਿਆ ਜਾਂਦਾ ਹੈ, ਉਹੋ ਜੀ ਵਡਿਆਈ, ਉਹੋ ਜੀ ਸ਼ੋਭਾ ਇੱਕ ਚੋਰ, ਲੁਟੇਰੇ, ਕਾਤਲ ਦੀ ਨਹੀਂ ਹੁੰਦੀ। ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ, ਉਸ ਨੂੰ ਦੁਰਕਾਰਿਆ ਹੀ ਜਾਂਦਾ ਹੈ, ਭਾਵੇਂ ਕਿ ਜਿੱਥੋਂ ਤੱਕ ਮਰਨ ਦੀ ਗੱਲ ਹੈ, ਮੌਤ ਦੀ ਗੱਲ ਹੈ, ਉਹ ਦੋਨਾਂ ਦੀ ਹੋਈ ਹੁੰਦੀ ਹੈ। ਇਸ ਵਾਸਤੇ ਜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ, ਉਸ ਦੀ ਮਹਾਨਤਾ ਨੂੰ ਸਮਝਣਾ ਹੋਵੇ ਤਾਂ ਬੜਾ ਜ਼ਰੂਰੀ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਪਿੱਛੇ ਕਾਰਨ ਕਿਹੜੇ ਸਨ, ਅਸੀਂ ਉਹਨਾਂ ਨੂੰ ਵਿਚਾਰੀਏ। ਤੇ ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨਾਂ ਦੇ ਉੱਤੇ ਆਪਾਂ ਝਾਤ ਮਾਰਨ ਦਾ ਯਤਨ ਕਰਾਂਗੇ, ਬਿਨਾਂ ਸ਼ੱਕ ਇੱਕ ਬੜੀ ਲੰਬੀ ਚੌੜੀ ਚਰਚਾ ਜਿਹੜੀ ਹੈ ਇਸ ਗੱਲ ਦੇ ਉੱਤੇ ਕੀਤੀ ਜਾ ਸਕਦੀ ਹੈ। ਕਈ ਲਿਖਾਰੀਆਂ ਨੇ ਕਿਤਾਬਾਂ ਲਿਖੀਆਂ ਨੇ ਇਸ ਦੇ ਸੰਬੰਧ ਵਿੱਚ, ਵੱਡੇ ਵੱਡੇ ਆਰਟੀਕਲ ਲਿਖੇ ਹਨ, ਵੱਡੇ ਵੱਡੇ ਲੇਖ ਲਿਖੇ ਹਨ, ਜਿਨ੍ਹਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਜਿਹੜੇ ਮੁੱਖ ਕਾਰਨ ਸਨ ਉਹਨਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਹੈ। ਪਰ ਜੇ ਸੰਖੇਪ ਦੇ ਵਿੱਚ ਗੱਲ ਕਹਿਣੀ ਹੋਵੇ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ, ਦੋ ਪੰਕਤੀਆਂ ਦੇ ਵਿੱਚ, ਦੋ ਲਾਈਨਾਂ ਦੇ ਵਿੱਚ ਇਹ ਗੱਲ ਅਸੀਂ ਸਮੇਟਣੀ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਇਹ ਬਣਿਆ ਸੀ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲੀ ਵਿਚਾਰਧਾਰਾ ਦੇ ਉੱਤੇ ਅਡੋਲ ਹੋ ਕੇ ਖਲੋਤੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਉਹਨਾਂ ਨੇ ਅਡੋਲ ਹੋ ਕੇ ਪ੍ਰਚਾਰਿਆ। ਉਹ ਵਿਚਾਰਧਾਰਾ ਜਿਹੜੀ ਪੁਜਾਰੀ ਸ਼੍ਰੇਣੀ ਦੁਆਰਾ ਆਮ ਸਮਾਜ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੇ ਉੱਤੇ ਚੋਟ ਕਰਦੀ ਸੀ, ਪੁਜਾਰੀ ਦੇ ਪਖੰਡ ਨੂੰ ਜਗਤ ਦੇ ਅੰਦਰ ਜ਼ਾਹਰ ਕਰਦੀ ਸੀ। ਤੇ ਉਹ ਪੁਜਾਰੀ ਭਾਵੇਂ ਹਿੰਦੂ ਜਮਾਤ ਦੇ ਨਾਲ ਸੰਬੰਧ ਰੱਖਣ ਵਾਲਾ ਸੀ, ਚਾਹੇ ਇਸਲਾਮੀ ਜਗਤ ਦੇ ਨਾਲ ਸੰਬੰਧ ਰੱਖਣ ਵਾਲਾ ਸੀ, ਚਾਹੇ ਜੋਗ ਮਤ ਦੇ ਨਾਲ ਸੰਬੰਧ ਰੱਖਣ ਵਾਲਾ ਸੀ, ਹਰੇਕ ਪ੍ਰਕਾਰ ਦੀ ਪੁਜਾਰੀ ਸ਼੍ਰੇਣੀ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਜਿਹੜੀ ਹੈ ਉਹ ਚੋਟ ਕਰਦੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਉਸ ਵਿਚਾਰਧਾਰਾ ਦੇ ਨਾਲ ਆਪਣੇ ਸਮੇਂ ਤੋਂ ਪਹਿਲਾਂ ਹੋ ਚੁੱਕੇ ਉਹਨਾਂ ਭਗਤਾਂ ਦੀ ਵਿਚਾਰਧਾਰਾ ਨੂੰ ਵੀ ਸ਼ਾਮਲ ਕੀਤਾ, ਜਿਨ੍ਹਾਂ ਦੇ ਵਿੱਚ ਬਾਬਾ ਕਬੀਰ ਜੀ ਦਾ ਨਾਮ ਆਉਂਦਾ ਹੈ, ਭਗਤ ਨਾਮਦੇਵ ਜੀ ਦਾ ਨਾਮ ਆਉਂਦਾ ਹੈ।
ਉਸੇ ਵਿਚਾਰਧਾਰਾ ਦੇ ਉੱਤੇ ਪਹਿਰਾ ਦੇਣਾ, ਉਸੇ ਵਿਚਾਰਧਾਰਾ ਨੂੰ ਸੰਸਾਰ ਦੇ ਅੰਦਰ ਪ੍ਰਚਾਰਨਾ ਔਰ ਬੇਖੌਫ ਹੋ ਕੇ ਪ੍ਰਚਾਰਨਾ, ਇਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦਾ ਮੁੱਖ ਉਦੇਸ਼ ਸੀ ਕਿ ਧਰਮ ਦੇ ਨਾਮ ਦੇ ਉੱਤੇ, ਰੱਬ ਦੇ ਨਾਮ ਦੇ ਉੱਤੇ, ਸਵਰਗ ਨਰਕ ਦੇ ਨਾਮ ਦੇ ਉੱਤੇ, ਤੀਰਥਾਂ ਦੇ ਨਾਮ ਦੇ ਉੱਤੇ, ਧਾਰਮਿਕ ਅਸਥਾਨਾਂ ਦੇ ਨਾਮ ਦੇ ਉੱਤੇ ਪੁਜਾਰੀ ਵੱਲੋਂ ਜਿਸ ਭਰਮ ਜਾਲ ਦੇ ਵਿੱਚ ਲੋਕਾਈ ਨੂੰ ਫਸਾਇਆ ਹੋਇਆ ਹੈ, ਉਸ ਭਰਮ ਜਾਲ ਦੇ ਵਿੱਚੋਂ ਲੋਕਾਈ ਨੂੰ ਬਾਹਰ ਕੱਢਣਾ, ਜਿਸ ਭਟਕਣਾ ਦੇ ਆਂਡੇ ਦੇ ਵਿੱਚ ਇਸ ਮਨੁੱਖ ਨੂੰ ਕੈਦ ਕੀਤਾ ਹੋਇਆ ਹੈ, ਭਟਕਣਾ ਦੇ ਉਸ ਆਂਡੇ ਨੂੰ ਤੋੜ ਦੇਣਾ, ਤਾਂ ਜੋ ਇਹ ਮਨੁੱਖ ਜਿਹੜਾ ਹੈ ਉੱਚੀਆਂ ਉਡਾਰੀਆਂ ਲਗਾ ਸਕੇ, ਆਪਣਾ ਦਿਮਾਗ ਖੋਲ੍ਹ ਸਕੇ, ਆਪਣਾ 10ਵਾਂ ਦੁਆਰ ਖੋਲ੍ਹ ਸਕੇ ਔਰ ਆਪਣੇ ਇਸ ਉਦੇਸ਼ ਦੀ ਪੂਰਤੀ ਵਾਸਤੇ ਜਿਹੜੇ ਜਿਹੜੇ ਯਤਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ, ਕਿਤੇ ਨਾ ਕਿਤੇ ਜਾ ਕੇ ਉਹੀ ਯਤਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਬਣਦੇ ਗਏ। ਇਸ ਵਾਸਤੇ ਜੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਅਹਿਮੀਅਤ ਨੂੰ ਸਮਝਣਾ ਹੈ ਤਾਂ ਜ਼ਰੂਰੀ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਉਦੇਸ਼ਾਂ ਦੀ ਅਹਿਮੀਅਤ ਸਮਝੀ ਜਾਏ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅੱਜ ਸਾਡੇ ਆਖੇ ਜਾਂਦੇ ਇਤਿਹਾਸਕ ਗ੍ਰੰਥ, ਸੂਰਜ ਪ੍ਰਕਾਸ਼ ਵਰਗੇ, ਜਿਨ੍ਹਾਂ ਦੀ ਹਰ ਰੋਜ਼ ਸਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਕਥਾ ਕੀਤੀ ਜਾਂਦੀ ਹੈ, ਇਹ ਆਖ ਕੇ ਕਿ ਇਹ ਸਾਡੇ ਇਤਿਹਾਸ ਦੇ ਸਰੋਤ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜਿਨ੍ਹਾਂ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਹਨਾਂ ਦੇ ਉੱਤੇ ਰੁਮਾਲੇ ਲਗਾਏ ਜਾਂਦੇ ਹਨ। ਜਦੋਂ ਉਹਨਾਂ ਗ੍ਰੰਥਾਂ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਪ੍ਰਸੰਗ ਪੜ੍ਹਦੇ ਹਾਂ ਤੇ ਉਹ ਗ੍ਰੰਥ ਜਿਹੜੇ ਨੇ ਉਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉਦੇਸ਼ਾਂ ਨੂੰ ਜਗਤ ਦੇ ਅੰਦਰ ਜ਼ਾਹਰ ਨਹੀਂ ਕਰਦੇ, ਜਿਸ ਵਾਸਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ ਅਹਿਮੀਅਤ ਵੀ ਜਿਹੜੀ ਹੈ ਉਹ ਸਾਡੀ ਸਮਝ ਦੇ ਵਿੱਚ ਨਹੀਂ ਪੈਂਦੀ। ਬਲਕਿ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਰਾਪਾਂ ਦੇ ਨਾਲ ਜੋੜ ਕੇ ਪੇਸ਼ ਕੀਤਾ ਹੈ। ਤੇ ਜਦੋਂ ਸਤਿਗੁਰਾਂ ਦੀ ਸ਼ਹਾਦਤ ਨੂੰ ਅਸੀਂ ਸਰਾਪਾਂ ਦੀਆਂ ਕਹਾਣੀਆਂ ਦੇ ਨਾਲ ਜੋੜ ਕੇ ਪੇਸ਼ ਕਰਦੇ ਹਾਂ ਤਾਂ ਸਤਿਗੁਰਾਂ ਦੀ ਸ਼ਹਾਦਤ ਦਾ ਦਰਜਾ ਜਿਹੜਾ ਹੈ ਉਹ ਬਹੁਤ ਛੋਟਾ ਜਿਹਾ ਹੋ ਕੇ ਰਹਿ ਜਾਂਦਾ ਹੈ। ਦੋ ਕਹਾਣੀਆਂ ਲਿਖੀਆਂ ਨੇ ਕਵੀ ਸੰਤੋਖ ਸਿੰਘ ਨੇ, ਜਿਹੜੀਆਂ ਮੈਂ ਅੱਜ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ। ਔਰ ਉਹ ਦੋ ਕਹਾਣੀਆਂ ਜਿਹੜੀਆਂ ਹਨ ਇਹ ਦਰਸਾਉਂਦੀਆਂ ਹਨ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਇਸ ਵਾਸਤੇ ਨਹੀਂ ਹੋਈ ਕਿ ਸਤਿਗੁਰੂ ਆਪਣੇ ਉਦੇਸ਼ਾਂ ਦੇ ਉੱਤੇ ਟਿਕੇ ਹੋਏ ਸਨ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ, ਨਹੀਂ, ਬਲਕਿ ਉਹ ਦੋ ਕਹਾਣੀਆਂ ਦਰਸਾਉਂਦੀਆਂ ਹਨ ਕਿ ਗੁਰੂ ਅਰਜਨ ਪਾਤਸ਼ਾਹ ਜੀ ਸਰਾਪੇ ਹੋਏ ਸਨ, ਉਹਨਾਂ ਨੂੰ ਸਰਾਪ ਮਿਲੇ ਹੋਏ ਸੀ। ਇਸ ਵਾਸਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਪਹਿਲੀ ਕਹਾਣੀ ਜਿਹੜੀ ਕਵੀ ਸੰਤੋਖ ਸਿੰਘ ਨੇ ਲਿਖੀ ਹੈ ਉਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਤੀਜੀ ਤੇ ਉਸ ਦਾ 46ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਲਿਖਿਆ ਹੈ ਕਾਨਾ ਪੀਲੋ ਆਦਿ ਭਗਤ ਆਏ। ਇਸ ਅਧਿਆਇ ਦੇ ਜਿਸ ਵੇਲੇ ਤੁਸੀਂ 8ਵੇਂ ਬੰਦ ਦੇ ਉੱਤੇ ਅਪੜਦੇ ਹੋ, ਉੱਥੇ ਸੰਤੋਖ ਸਿੰਘ ਨੇ 4 ਭਗਤਾਂ ਦੇ ਨਾਮ ਲਿਖੇ ਹਨ ਕਿ ਲਵਪੁਰ ਤਿਸੀ ਸਮੇਂ ਮੈਂ ਹੋਤੇ ਚਤੁਰ ਭਗਤ ਸ਼ੁਭ ਪੰਥ ਮਜਾਰ, ਇੱਕ ਕਾਨਾ ਛੱਜੂ ਕੈ ਦੂਜੋ ਸ਼ਾਹ ਹੁਸੈਨ ਸੋ ਪੀਲੋ ਚਾਰ। ਤੇ ਪ੍ਰਸੰਗ ਲਿਖ ਰਹੇ ਨੇ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਜੀ ਦੀ ਸੰਪਾਦਨਾ ਕਰ ਰਹੇ ਸਨ, ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਸਾਰੀ ਬਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇੱਕ ਜਿਲਦ ਦੇ ਅੰਦਰ ਬੰਨ੍ਹਿਆ ਗਿਆ ਤੇ ਉਸ ਵੇਲੇ ਲਾਹੌਰ ਦੇ ਵਿੱਚ ਇਹ 4 ਭਗਤ ਰਹਿੰਦੇ ਸਨ, ਜਿਨ੍ਹਾਂ ਦੇ ਨਾਮ ਸਨ, ਇੱਕ ਦਾ ਨਾਮ ਕਾਨਾ ਸੀ, ਦੂਸਰੇ ਦਾ ਨਾਮ ਛੱਜੂ ਸੀ, ਤੀਸਰੇ ਦਾ ਨਾਮ ਸ਼ਾਹ ਹੁਸੈਨ ਸੀ ਔਰ ਚੌਥੇ ਦਾ ਨਾਮ ਸੀ ਪੀਲੋ।
ਤੇ ਸੰਤੋਖ ਸਿੰਘ ਕਹਿੰਦਾ ਹੈ ਵੀ ਇਹ ਚਾਰ ਭਗਤ ਇਹ ਆਪਸ ਦੇ ਵਿੱਚ ਸਲਾਹ ਕਰਦੇ ਹਨ ਕਿ ਗੁਰੂ ਅਰਜਨ ਪਾਤਸ਼ਾਹ ਨੇ ਜਿਹੜਾ ਉਹ ਗ੍ਰੰਥ ਤਿਆਰ ਕੀਤਾ ਹੈ, ਉਸ ਗ੍ਰੰਥ ਦੇ ਅੰਦਰ ਪਹਿਲਾਂ ਹੋ ਚੁੱਕੇ ਭਗਤਾਂ ਦੀ ਬਾਣੀ ਜਿਹੜੀ ਹੈ ਦਰਜ ਕੀਤੀ ਹੈ, ਤੇ ਅਸੀਂ ਤੇ ਅਜੇ ਜਿਉਂਦੇ ਹਾਂ ਤੇ ਸਾਨੂੰ ਜਿਉਂਦੇ ਭਗਤਾਂ ਨੂੰ ਗੁਰੂ ਅਰਜਨ ਨੇ ਕਿਉਂ ਨਹੀਂ ਯਾਦ ਕੀਤਾ? ਸਾਡੀ ਬਾਣੀ ਉਸ ਗ੍ਰੰਥ ਦੇ ਅੰਦਰ ਗੁਰੂ ਅਰਜਨ ਜੀ ਨੇ ਕਿਉਂ ਸ਼ਾਮਲ ਨਹੀਂ ਕੀਤੀ? ਤੋ ਆਪਣੀ ਬਾਣੀ ਗੁਰੂ ਗ੍ਰੰਥ ਦੇ ਅੰਦਰ ਸ਼ਾਮਲ ਕਰਵਾਉਣ ਵਾਸਤੇ ਇਹ ਚਾਰੋਂ ਭਗਤ ਜਿਹੜੇ ਹਨ ਇਹ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਸ ਪਹੁੰਚੇ ਔਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਸ ਜਾ ਕੇ ਇਹਨਾਂ ਨੇ ਆਪਣਾ ਇਤਰਾਜ਼ ਜਿਹੜਾ ਸੀ ਉਹ ਜ਼ਾਹਰ ਕੀਤਾ। ਸਤਿਗੁਰਾਂ ਨੂੰ ਆਖਿਆ ਕਿ ਪਾਤਸ਼ਾਹ ਤੁਸੀਂ ਸਾਡੀ ਬਾਣੀ ਜਿਹੜੀ ਹੈ ਉਹ ਇਸ ਗ੍ਰੰਥ ਦੇ ਅੰਦਰ ਸ਼ਾਮਲ ਕਰੋ। ਕਵੀ ਸੰਤੋਖ ਸਿੰਘ ਨੇ ਉੱਥੇ ਬੋਲ ਲਿਖੇ ਹਨ। ਜਦੋਂ ਇਸ ਅਧਿਆਏ ਦੇ 24ਵੇਂ ਪਦੇ ਦੇ ਉੱਤੇ ਤੁਸੀਂ ਪੜ੍ਹਦੇ ਹੋ, ਉੱਥੇ ਬੋਲ ਲਿਖੇ ਨੇ ਕਿ ਬਾਣੀ ਲਿਖੀ ਮ੍ਰਿਤਕ ਜੇ ਹੋਏਗੇ ਹਮ ਜੀਵਤ ਕੀ ਸ਼ੁੱਧ ਨਹਲੀਨ, ਜੇ ਹਮਰੇ ਤੁਮ ਸ਼ਬਦ ਲਿਖੋ ਨਹਿ ਕਿਮ ਪ੍ਰਮਾਣ ਹੋਏ ਗ੍ਰੰਥ ਨਵੀਨ। ਕਿ ਜਿਹੜੇ ਭਗਤ ਮ੍ਰਿਤਕ ਹੋ ਗਏ ਨੇ, ਮਰ ਚੁੱਕੇ ਨੇ, ਤੁਸੀਂ ਉਹਨਾਂ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਇਸ ਗ੍ਰੰਥ ਦੇ ਅੰਦਰ ਦਰਜ ਕਰ ਰਹੇ ਹੋ, ਪਰ ਅਸੀਂ ਜਿਹੜੇ ਅਜੇ ਜਿਉਂਦੇ ਹਾਂ, ਤੁਸੀਂ ਸਾਡੀ ਬਾਣੀ ਇਸ ਗ੍ਰੰਥ ਦੇ ਅੰਦਰ ਦਰਜ ਨਹੀਂ ਕੀਤੀ। ਤੇ ਜਿਤਨੀ ਦੇਰ ਤੱਕ ਤੁਸੀਂ ਸਾਡੀ ਬਾਣੀ ਇਸ ਗ੍ਰੰਥ ਦੇ ਅੰਦਰ ਦਰਜ ਨਹੀਂ ਕਰਦੇ, ਉਤਨੀ ਦੇਰ ਤੱਕ ਤੁਹਾਡਾ ਜਿਹੜਾ ਇਹ ਗ੍ਰੰਥ ਹੈ ਇਹ ਪ੍ਰਮਾਣਿਕ ਕਿਸ ਤਰੀਕੇ ਦੇ ਨਾਲ ਹੋਵੇਗਾ, ਇਹ ਕਿਸ ਤਰੀਕੇ ਦੇ ਨਾਲ ਸੰਸਾਰ ਦੇ ਲੋਕਾਂ ਵੱਲੋਂ ਮੰਨਿਆ ਜਾਵੇਗਾ। ਤੋ ਸੰਤੋਖ ਸਿੰਘ ਕਹਿੰਦਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਉੱਥੇ ਫਿਰ ਕਾਨ੍ਹੇ ਨੂੰ ਆਖਿਆ ਕਿ ਤੂੰ ਆਪਣੀ ਬਾਣੀ ਸੁਣਾ, ਅਸੀਂ ਤੇਰੀ ਬਾਣੀ ਸੁਣਨ ਤੋਂ ਬਾਅਦ ਦੇ ਵਿੱਚ ਫੈਸਲਾ ਕਰਾਂਗੇ ਕਿ ਇਸ ਬਾਣੀ ਨੂੰ ਇਸ ਗ੍ਰੰਥ ਦੇ ਅੰਦਰ ਦਰਜ ਕਰਨਾ ਹੈ ਜਾਂ ਨਹੀਂ ਕਰਨਾ। ਤੇ ਕਾਨ੍ਹੇ ਨੇ ਫਿਰ ਆਪਣੀ ਬਾਣੀ ਜਿਹੜੀ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸੁਣਾਈ। ਉੱਥੇ ਬੋਲ ਲਿਖੇ ਨੇ ਕਾਨਾਵਾਚ ਕਿ ਉਹ ਹੀਰੇ ਮੈਂ ਉਹ ਹੀਰੇ ਜਾਂ ਕੋ ਵੇਦ ਪੁਰਾਣ ਸਭ ਗਾਵੈਂ, ਖੋਜਤ ਖੋਜ ਨ ਕੋਈ ਰੇ ਜਾਂ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧੈ ਸਭ ਕਰਦੇ ਜਾਂ ਕੀ ਸੇਵਾ ਰੇ, ਕਹਿ ਕਾਨਾ ਅਸ ਮਮ ਸਰੂਪ ਹੈ ਅਪਰੰਪਰ ਅਲਖ ਅਪੇਵਾਰੇ। ਕਿ ਇਹ ਸ਼ਬਦ ਇਸ ਕਾਨ੍ਹੇ ਨੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਾਇਆ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸੁਣ ਕੇ ਕਹਿ ਦਿੱਤਾ ਵੀ ਇਹ ਜਿਹੜੀ ਤੇਰੀ ਬਾਣੀ ਹੈ ਇਹ ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀ, ਤੇਰੀ ਬਾਣੀ ਦੇ ਵਿੱਚੋਂ ਹੰਕਾਰ ਦੀ ਬੋ ਆਉਂਦੀ ਹੈ। ਇਹ ਮਤ ਹਮਰੋ ਮਿਲੇ ਨਾ ਤੁਮਸੋਂ ਗ੍ਰੰਥ ਵਿਖੈ ਕਿਮ ਦੇਹ ਲਖਾਈ, ਸ਼ਬਦ ਵਿਰੋਧੀ ਮਿਲੇ ਨਾ ਇੱਕ ਥਲ ਰਾਖੋ ਆਪ ਲਖੋ ਕਿਤ ਥਾਏ। ਕਿ ਵਿਰੋਧੀ ਵਿਚਾਰਧਾਰਾ ਵਾਲੇ ਸ਼ਬਦ ਅਸੀਂ ਇੱਕ ਜਗ੍ਹਾ ਦੇ ਉੱਤੇ ਇੱਕ ਗ੍ਰੰਥ ਦੇ ਅੰਦਰ ਸ਼ਾਮਲ ਨਹੀਂ ਕਰ ਸਕਦੇ। ਤੇਰੇ ਇਹਨਾਂ ਸ਼ਬਦਾਂ ਦੇ ਵਿੱਚੋਂ ਹੰਕਾਰ ਦੀ ਝਲਕ ਪੈਂਦੀ ਹੈ ਤੇ ਇਸ ਵਾਸਤੇ ਇਹ ਸ਼ਬਦ ਅਸੀਂ ਇਸ ਗ੍ਰੰਥ ਦੇ ਅੰਦਰ ਨਹੀਂ ਸ਼ਾਮਲ ਕਰ ਸਕਦੇ। ਤੂੰ ਆਪਣਾ ਵੱਖਰਾ ਗ੍ਰੰਥ ਤਿਆਰ ਕਰ ਲਾ, ਤੂੰ ਇਹਨਾਂ ਸ਼ਬਦਾਂ ਨੂੰ ਵੱਖਰੇ ਤੌਰ ਦੇ ਉੱਤੇ ਆਪਣੇ ਕੋਲ ਲਿਖ ਕੇ ਰੱਖ ਲਾ। ਤੇ ਸੰਤੋਖ ਸਿੰਘ ਕਹਿੰਦਾ ਕਿ ਜਿਸ ਵੇਲੇ ਸਤਿਗੁਰਾਂ ਨੇ ਇਸ ਕਾਨ੍ਹੇ ਦਾ ਸ਼ਬਦ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਾਨ੍ਹਾ ਗੁੱਸੇ ਦੇ ਵਿੱਚ ਆ ਗਿਆ। ਇਸ ਨੇ ਇਸ ਗੱਲ ਦੇ ਵਿੱਚ ਆਪਣਾ ਨਰਾਦਰ ਸਮਝਿਆ ਤੇ ਆਪਣਾ ਨਰਾਦਰ ਜਾਣਦਿਆਂ ਹੋਇਆਂ ਇਸ ਨੇ ਫਿਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਸਰਾਪ ਦਿੱਤਾ। ਜਦੋਂ ਇਸ ਅਧਿਆਏ ਦੇ 32ਵੇਂ ਅੰਕ ਦੇ ਉੱਤੇ ਤੁਸੀਂ ਪੜ੍ਹਦੇ ਹੋ, ਉੱਥੇ ਬੋਲ ਲਿਖੇ ਨੇ ਕਿ ਕਹਿਤ ਭਇਓ ਅਬ ਸਹੋ ਸਰਾਪ ਮਮ, ਤ੍ਰਿਸ ਕਾਰਨ ਕੋ ਲਿਓ ਫਲ ਪਾਏ। ਤੁਸੀਂ ਮੇਰਾ ਨਰਾਦਰ ਕੀਤਾ ਹੈ, ਤੁਸੀਂ ਮੇਰਾ ਅਪਮਾਨ ਕੀਤਾ ਹੈ, ਇਸ ਵਾਸਤੇ ਮੈਂ ਹੁਣ ਤੁਹਾਨੂੰ ਸਰਾਪ ਦਿੰਦਾ ਹਾਂ, ਤੁਹਾਨੂੰ ਮੇਰਾ ਸਰਾਪ ਲੱਗੇਗਾ ਕਿ ਤੁਮਰੋ ਹੋਏ ਨਰਾਦਰ ਅਤਸ਼ੈ ਤੁਰਕਨ ਘਰ ਤੇ ਮਿਲੈ ਸਜਾਏ। ਤੁਸੀਂ ਮੇਰਾ ਨਰਾਦਰ ਕੀਤਾ ਹੈ, ਮੇਰਾ ਅਪਮਾਨ ਕੀਤਾ ਹੈ, ਹੁਣ ਤੁਰਕ ਜਿਹੜੇ ਨੇ ਉਹ ਤੁਹਾਡਾ ਨਰਾਦਰ ਕਰਨਗੇ, ਤੁਹਾਡਾ ਅਪਮਾਨ ਕਰਨਗੇ, ਤੁਹਾਨੂੰ ਤੁਰਕਾਂ ਦੇ ਘਰ ਤੋਂ ਸਜ਼ਾ ਮਿਲੇਗੀ। ਜਿਹੇ ਸਜਾਏ ਤੇ ਪ੍ਰਾਣ ਬਿਨਾਸੈ ਪਰੋ ਰਿਪਨ ਬਸ ਜੇ ਦੁਖਦਾਏ। ਤੇ ਸਜ਼ਾ ਵੀ ਇਹੋ ਜਿਹੀ ਭਿਆਨਕ ਤੁਹਾਨੂੰ ਮਿਲੇਗੀ, ਤੁਸੀਂ ਜਿਉਂਦੇ ਨਹੀਂ ਬਚੋਗੇ, ਤੁਹਾਡੇ ਪ੍ਰਾਣ ਬਿਨਸ ਜਾਣਗੇ। ਸੁਤ ਬਣਤਾ ਸੋ ਮਿਲਨ ਨਾ ਹੋਵੇ, ਅੰਤ ਸਮੋ ਐਸੋ ਬਣ ਜਾਏ। ਤੇ ਤੁਹਾਡਾ ਅਖੀਰਲਾ ਸਮਾਂ ਇਹੋ ਜਿਹਾ ਹੋਵੇਗਾ, ਤੁਹਾਡਾ ਪਰਿਵਾਰ ਤੁਹਾਡੇ ਕੋਲ ਨਹੀਂ ਹੋਵੇਗਾ।
ਅੰਤ ਸਮੇਂ ਤੁਸੀਂ ਆਪਣੇ ਪੁੱਤਰ ਨੂੰ, ਆਪਣੀ ਪਤਨੀ ਨੂੰ, ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕੋਗੇ। ਤੁਸੀਂ ਤੁਰਕਾਂ ਦੇ ਵਸ ਵਿੱਚ ਪਾਓਗੇ। ਤੁਸੀਂ ਮੇਰਾ ਨਿਰਾਦਰ ਕੀਤਾ ਤੇ ਤੁਹਾਡਾ ਨਿਰਾਦਰ ਹੁਣ ਤੁਰਕ ਕਰਨਗੇ। ਤੁਰਕਾਂ ਦੇ ਘਰ ਤੋਂ ਤੁਹਾਨੂੰ ਇਹੋ ਜਿਹੀ ਭਿਆਨਕ ਸਜ਼ਾ ਮਿਲੇਗੀ ਕਿ ਤੁਹਾਡੇ ਪ੍ਰਾਣ ਜਿਹੜੇ ਹਨ ਉਹ ਵੀ ਬਿਨਸ ਜਾਵਣਗੇ। ਸੰਤੋਖ ਸਿੰਘ ਕਹਿੰਦਾ ਹੈ ਕਿ ਇਹ ਸਰਾਪ ਇਸ ਕਾਨੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦਿੱਤਾ ਕਿ ਤੁਸਾਂ ਨੇ ਮੇਰੀ ਬਾਣੀ ਦਰਜ ਨਹੀਂ ਕੀਤੀ, ਤੁਸਾਂ ਨੇ ਮੇਰਾ ਮਾਣ ਨਹੀਂ ਰੱਖਿਆ, ਤੁਸਾਂ ਨੇ ਮੇਰਾ ਅਪਮਾਨ ਕੀਤਾ ਹੈ, ਨਿਰਾਦਰ ਕੀਤਾ ਹੈ। ਹੁਣ ਮੈਂ ਤੁਹਾਨੂੰ ਇਹ ਸਰਾਪ ਦਿੰਦਾ ਹਾਂ ਕਿ ਤੁਹਾਡਾ ਤੁਰਕਾਂ ਵੱਲੋਂ ਨਿਰਾਦਰ ਕੀਤਾ ਜਾਏਗਾ। ਤੁਰਕਾਂ ਵੱਲੋਂ ਤੁਹਾਨੂੰ ਇਹੋ ਜਿਹੀ ਭਿਆਨਕ ਸਜ਼ਾ ਦਿੱਤੀ ਜਾਏਗੀ, ਤੁਹਾਡੇ ਪ੍ਰਾਣ ਬਿਨਸ ਜਾਵਣਗੇ, ਤੁਹਾਡੇ ਧੀਆਂ ਪੁੱਤਰ ਵੀ ਉਸ ਵੇਲੇ ਤੁਹਾਡੇ ਅੰਤ ਦੇ ਸਮੇਂ ਤੁਹਾਡੇ ਨਜ਼ਦੀਕ ਨਹੀਂ ਹੋਵਣਗੇ। ਪਹਿਲੀ ਕਹਾਣੀ ਕਵੀ ਸੰਤੋਖ ਸਿੰਘ ਨੇ ਇਹ ਬੜੇ ਵਿਸਥਾਰ ਦੇ ਵਿੱਚ ਦਿੱਤੀ ਹੈ। ਫਿਰ ਇਸ ਤੋਂ ਬਾਅਦ ਦੂਸਰੀ ਕਹਾਣੀ ਜਿਹੜੀ ਕਵੀ ਸੰਤੋਖ ਸਿੰਘ ਨੇ ਲਿਖੀ ਹੈ ਉਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਚੌਥੀ। ਉਸ ਦਾ 28ਵਾਂ ਅਧਿਆਇ ਹੈ ਤੇ ਉਸ ਦਾ ਸਿਰਲੇਖ ਹੈ ਕਿ ਸ਼੍ਰੀ ਚੰਦ ਜੀ ਨੇ ਭੇਟ ਮੰਗੀ। ਦੂਸਰਾ ਸਰਾਪ ਜਿਹੜਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਿਆ, ਉਸ ਦੇ ਸੰਬੰਧ ਵਿੱਚ ਸੰਤੋਖ ਸਿੰਘ ਨੇ ਇੱਕ ਕਹਾਣੀ ਲਿਖੀ ਹੈ ਵੀ ਗੁਰੂ ਘਰ ਦੇ ਵੱਲੋਂ ਸ਼੍ਰੀ ਚੰਦ ਜੀ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਸੀ। ਹੁਣ ਦੇਖੋ ਕਿਹੋ ਜੀ ਸਾਜ਼ਿਸ਼ ਜਿਹੜੀ ਹੈ, ਕਿਹੋ ਜੀ ਚਾਲ ਜਿਹੜੀ ਹੈ ਕਵੀ ਸੰਤੋਖ ਸਿੰਘ ਨੇ ਇਸ ਗ੍ਰੰਥ ਦੇ ਅੰਦਰ ਚੱਲੀ ਹੈ। ਪਹਿਲਾਂ ਤੇ ਸ਼੍ਰੀ ਚੰਦ ਨੂੰ ਮਹਾਨ ਸਾਬਤ ਕੀਤਾ ਇਸ ਗ੍ਰੰਥ ਦੇ ਅੰਦਰ। ਇੱਕ ਇਹੋ ਜਿਹੀ ਕਹਾਣੀ ਵੀ ਪਾ ਦਿੱਤੀ ਕਿ ਗੁਰੂ ਰਾਮਦਾਸ ਜੀ ਆਪਣੇ ਦਾੜੇ ਦੇ ਨਾਲ ਸ਼੍ਰੀ ਚੰਦ ਦੇ ਪੈਰ ਝਾੜਦੇ ਸਨ, ਇਹ ਦਰਸਾਉਣ ਵਾਸਤੇ ਕਿ ਗੁਰੂ ਘਰ ਦੇ ਅੰਦਰ ਸ਼੍ਰੀ ਚੰਦੀਆਂ ਦਾ ਸਤਿਕਾਰ ਸੀ, ਸ਼੍ਰੀ ਚੰਦ ਦਾ ਮਾਣ ਸਨਮਾਨ ਕੀਤਾ ਜਾਂਦਾ ਸੀ। ਜਦ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਪਤਾ ਚੱਲਦਾ ਹੈ ਇਹ ਭਾਵੇਂ ਗੁਰੂ ਪੁੱਤਰ ਸਨ ਪਰ ਗੁਰੂ ਘਰ ਵੱਲੋਂ ਇਹ ਨਕਾਰੇ ਹੋਏ ਸਨ। ਜਦੋਂ ਦੇਖੋ ਸੱਤਾ ਤੇ ਬਲਵੰਡ ਜੀ ਦੀ ਵਾਰ ਆਪਾਂ ਪੜ੍ਹਦੇ ਹਾਂ ਜਿਹਦੇ ਵਿੱਚ ਇਹ ਬੋਲ ਲਿਖੇ ਆਉਂਦੇ ਹਨ ਕਿ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਰਨ ਭਾਰ ਉਚਾਇਨ ਛੱਟੀਐ। ਕਿ ਪੁੱਤਰਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਨਹੀਂ ਮੰਨਿਆ, ਸੇਵਕ ਨੇ ਮੰਨਿਆ, ਬਾਬੇ ਲਹਿਣੇ ਨੇ ਮੰਨਿਆ, ਪਰ ਪੁੱਤਰਾਂ ਨੇ ਹੁਕਮ ਨਹੀਂ ਮੰਨਿਆ। ਗੁਰੂ ਸਾਹਿਬ ਜੋ ਹੁਕਮ ਦਿੰਦੇ ਸਨ, ਪੁੱਤਰ ਜਿਹੜੇ ਸਨ ਗੁਰੂ ਦੇ ਹੁਕਮ ਵੱਲੋਂ ਮੂੰਹ ਮੋੜ ਕੇ ਦੂਜੇ ਪਾਸੇ ਨੂੰ ਮੂੰਹ ਕਰਕੇ ਲੰਘ ਜਾਂਦੇ ਸਨ। ਦਿਲਾਂ ਦੇ ਖੋਟੇ ਸਨ ਤੇ ਗੁਰੂ ਦੇ ਹੁਕਮ ਵੱਲੋਂ ਉਹ ਆਕੀ ਹੋਏ ਹੋਏ ਸਨ, ਗੁਰੂ ਦੇ ਹੁਕਮ ਦੇ ਵੱਲੋਂ ਉਹ ਬਾਗੀ ਹੋਏ ਹੋਏ ਸਨ। ਜੇਕਰ ਇਹ ਗੱਲ ਨਹੀਂ ਸੀ, ਜੇ ਵਾਕਿਆ ਹੀ ਗੁਰੂ ਘਰ ਦੇ ਅੰਦਰ ਇਹਨਾਂ ਸ਼੍ਰੀ ਚੰਦੀਆਂ ਦਾ ਸਤਿਕਾਰ ਸੀ, ਗੁਰੂ ਦੇ ਪੁੱਤਰਾਂ ਦਾ ਸਤਿਕਾਰ ਸੀ ਕਿ ਗੁਰੂ ਰਾਮਦਾਸ ਆਪਣੇ ਦਾੜੇ ਦੇ ਨਾਲ ਸ਼੍ਰੀ ਚੰਦ ਦੇ ਚਰਨ ਝਾੜਦੇ ਸਨ, ਤੇ ਜੇ ਬਲਵੰਡ ਜੀ ਨੇ ਇਹ ਪੰਕਤੀ ਲਿਖ ਵੀ ਦਿੱਤੀ ਸੀ ਕਿ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਐ, ਤੇ ਇਸ ਪੰਕਤੀ ਨੂੰ, ਇਸ ਬਾਣੀ ਨੂੰ, ਇਸ ਰਾਮ ਕਲੀ ਕੀ ਵਾਰ ਨੂੰ ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਜੀ ਦੇ ਅੰਦਰ ਕਦੇ ਵੀ ਸ਼ਾਮਲ ਨਾ ਕਰਦੇ। ਤੇ ਜੇ ਗੁਰੂ ਗ੍ਰੰਥ ਦੇ ਅੰਦਰ ਇਹ ਪੰਕਤੀਆਂ ਦਰਜ ਕੀਤੀਆਂ ਗਈਆਂ ਨੇ, ਇਹ ਰਾਮ ਕਲੀ ਕੀ ਵਾਰ ਸੱਤਾ ਤੇ ਬਲਵੰਡ ਜੀ ਦੀ ਦਰਜ ਕੀਤੀ ਗਈ ਹੈ, ਜਿਸ ਬਾਣੀ ਦੇ ਅੰਦਰ ਇਹ ਆਖਿਆ ਕਿ ਭਾਵੇਂ ਇਹ ਗੁਰੂ ਦੇ ਪੁੱਤਰ ਸਨ ਪਰ ਇਹਨਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਦੇ ਹੁਕਮ ਵੱਲੋਂ ਇਹਨਾਂ ਨੇ ਮੂੰਹ ਮੋੜਿਆ। ਇਹ ਖੋਟੇ ਦਿਲਾਂ ਵਾਲੇ ਇਹ ਗੁਰੂ ਦੇ ਹੁਕਮਾਂ ਤੋਂ ਹਮੇਸ਼ਾ ਬਾਗੀ ਹੋ ਕੇ ਚੱਲੇ। ਤੇ ਗੁਰੂ ਅਰਜਨ ਪਾਤਸ਼ਾਹ ਇਹਨਾਂ ਪੰਕਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੇ ਦਰਜ ਕਰਦੇ ਹਨ ਤੇ ਇਸ ਦਾ ਭਾਵ ਇਹ ਸੀ ਕਿ ਇਹਨਾਂ ਦਾ ਗੁਰੂ ਘਰ ਦੇ ਅੰਦਰ ਕੋਈ ਸਨਮਾਨ ਨਹੀਂ ਸੀ, ਬਲਕਿ ਗੁਰੂ ਘਰ ਵੱਲੋਂ ਇਹ ਗੁਰੂ ਕਾਲ ਦੇ ਵਿੱਚ ਨਕਾਰੇ ਹੋਏ ਸਨ। ਪਰ ਸੰਤੋਖ ਸਿੰਘ ਜਦੋਂ ਇਹਨਾਂ ਗ੍ਰੰਥਾਂ ਨੂੰ ਲਿਖਦਾ ਪਿਆ ਹੈ, ਪਹਿਲਾਂ ਇਹੋ ਜਿਹੀਆਂ ਕਹਾਣੀਆਂ ਕਰਦਾ ਹੈ ਕਿ ਉਹਨਾਂ ਦੀ ਗੁਰੂ ਘਰ ਦੇ ਅੰਦਰ ਜਿਹੜੀ ਮਾਨਤਾ ਹੈ ਉਹਨੂੰ ਸਥਾਪਿਤ ਕਰਦਾ ਹੈ ਕਿ ਗੁਰੂ ਰਾਮਦਾਸ
ਆਪਣੇ ਦਾੜੇ ਦੇ ਨਾਲ ਸ਼੍ਰੀ ਚੰਦ ਦੇ ਚਰਨ ਝਾੜਦੇ ਨੇ। ਤੇ ਫਿਰ ਉਸ ਤੋਂ ਬਾਅਦ ਉਸ ਸ਼੍ਰੀ ਚੰਦ ਨੂੰ ਇੰਨਾ ਵੱਡਾ ਕਰ ਦਿੰਦਾ ਹੈ ਕਿ ਉਹ ਸ਼੍ਰੀ ਚੰਦ ਗੁਰੂ ਘਰ ਨੂੰ ਸਰਾਪ ਦੇਣ ਦੇ ਵੀ ਸਮਰੱਥ ਹੈ, ਉਹ ਸ਼੍ਰੀ ਚੰਦ ਗੁਰੂ ਘਰ ਨੂੰ ਵਰ ਦੇਣ ਦੇ ਵੀ ਸਮਰੱਥ ਹੈ। ਔਰ ਸੰਤੋਖ ਸਿੰਘ ਲਿਖਦਾ ਕਿ ਇੰਨਾ ਸਤਿਕਾਰ ਸ਼੍ਰੀ ਚੰਦ ਦਾ ਹੁੰਦਾ ਸੀ ਕਿ ਹਰ ਸਾਲ ਗੁਰੂ ਘਰ ਵੱਲੋਂ ਸ਼੍ਰੀ ਚੰਦ ਨੂੰ ਉਹਨਾਂ ਸਮਿਆਂ ਦੇ ਅੰਦਰ 500 ਰੁਪਈਆ ਹਰ ਸਾਲ ਭੇਜਿਆ ਜਾਂਦਾ ਸੀ, ਭੇਟਾ ਭੇਜੀ ਜਾਂਦੀ ਸੀ। ਉਹਨਾਂ ਸਮਿਆਂ ਦੇ ਅੰਦਰ 500 ਦੀ ਕਿੰਨੀ ਕੀਮਤ ਹੋਵੇਗੀ, ਉਸ ਵੇਲੇ ਕਿੰਨੀ ਰਕਮ ਬਣਦੀ ਹੋਵੇਗੀ ਉਹਨਾਂ ਸਮਿਆਂ ਦੇ ਵਿੱਚ। ਤੇ ਇੱਥੇ ਜਿਹੜਾ ਉਸਨੇ ਪ੍ਰਸੰਗ ਲਿਖਿਆ ਹੈ ਉਸ ਵੇਲੇ ਦਾ, ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਹਰਗੋਬਿੰਦ ਜੀ ਦਾ ਕਹਿੰਦੇ ਨੇ ਵਿਆਹ ਕਰ ਲਿਆ ਤੇ ਸ਼੍ਰੀ ਚੰਦ ਨੂੰ ਭੇਟਾ ਨਾ ਭੇਜੀ, ਤੇ ਸ਼੍ਰੀ ਚੰਦ ਆਪਣੇ ਇੱਕ ਸੇਵਕ ਨੂੰ, ਜਿਸ ਦਾ ਨਾਮ ਸੰਤੋਖ ਸਿੰਘ ਨੇ ਭਾਈ ਕਮਲੀਆ ਕਰਕੇ ਲਿਖਿਆ ਹੈ, ਆਪਣੇ ਸੇਵਕ ਭਾਈ ਕਮਲੀਆ ਨੂੰ ਕਹਿੰਦੇ ਹਨ ਕਿ ਕਮਲੀਆ ਸੁਣ ਵੀ ਇੱਕ ਸੰਮਤ ਜਬਹਿ ਬਿਤਾਏ ਧਨ ਹਮ ਟਿਗ ਭੇਟ ਪਠਾਏ। ਅੱਗੇ ਤੇ ਹਰ ਸਾਲ ਗੁਰੂ ਘਰ ਵੱਲੋਂ ਸਾਨੂੰ ਭੇਟਾ ਆਉਂਦੀ ਸੀ, ਗਿਣ ਦੇਤ ਪੰਜ ਸੈ ਸਾਰੇ ਅਬ ਕੇ ਨਹਿ ਰਿੱਧ ਵਿਚਾਰੇ। ਗਿਣ ਕੇ 500 ਰੁਪਈਆਂ ਦੀ ਭੇਟਾ ਸਾਨੂੰ ਹਰ ਸਾਲ ਆ ਜਾਂਦੀ ਸੀ। ਪਰ ਇਸ ਵਾਰੀ ਉਹਨਾਂ ਨੇ ਭੇਟਾ ਨਹੀਂ ਭੇਜੀ। ਹੁਣ ਤੇ ਲੱਖ ਦੁਗਣੀ ਭਈ ਅਕੋਰਾ, ਇੱਕ ਵਿਆਹ ਬਰਸ ਕੀ ਔਰਾ। ਹੁਣ ਤੇ ਦੁਗਣੀ ਭੇਟਾ ਸਾਡੀ ਬਣਦੀ ਹੈ। ਇੱਕ ਤੇ 500 ਰੁਪਈਆ ਜਿਹੜਾ ਹਰ ਸਾਲ ਭੇਜਦੇ ਸਨ, ਦੂਸਰਾ ਹੁਣ ਐਤਕੀ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ, ਉਹ ਵੀ ਖੁਸ਼ੀ ਦੇ ਵਿੱਚ ਸਾਨੂੰ ਭੇਟਾ ਦੇਣੀ ਬਣਦੀ ਹੈ। ਇਸ ਵਾਸਤੇ ਤੂੰ ਗਮਨੋ ਤਿਨੋ ਆਵਾਸਾ ਹੋਏ ਕਠਨ ਲਿਹੋ ਤਨ ਪਾਸਾ। ਤੂੰ ਜਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲੋਂ ਆਪਣੀ ਭੇਟਾ ਜਿਹੜੀ ਹੈ ਲੈ ਕੇ ਆ, ਤੇ ਹੋਏ ਕਠਨ ਲਿਹੋ ਤਨ ਪਾਸਾ। ਕਠਨ ਹੋ ਕੇ ਭਾਵ ਕਰੜਾ ਹੋ ਕੇ, ਜਿੱਦ ਕਰਕੇ ਹੱਥ ਦੇ ਨਾਲ ਸਤਿਗੁਰਾਂ ਦੇ ਕੋਲੋਂ ਆਪਣੀ ਭੇਟਾ ਲੈ ਕੇ ਆ। ਸਾਡੀ ਵੱਲੋਂ ਜਾ ਕੇ ਸਤਿਗੁਰਾਂ ਨੂੰ ਕਹਿ ਕਿ ਸਾਡੀ ਬਣਦੀ ਭੇਟਾ ਜਿਹੜੀ ਹੈ ਦਿੱਤੀ ਜਾਵੇ, ਦੁੱਗਣੀ ਭੇਟਾ। ਇੱਕ ਤੇ 500 ਰੁਪਈਆ ਤੇ ਦੂਸਰਾ ਤੁਸੀਂ ਆਪਣਾ ਪੁੱਤਰ ਵਿਆਹਿਆ ਹੈ। ਔਰ ਇਸ ਦੇ ਨਾਲ ਜਿਹੜੇ ਸੰਤੋਖ ਸਿੰਘ ਨੇ ਵਾਕ ਲਿਖੇ ਨੇ ਕਿ ਕਹੋ ਹਮ ਦਿਸ਼ਤੇ ਅਸ ਬਾਤੀ ਦੇਹੋ 1000 ਥਾਤੀ ਅਰ ਚੰਚਲ ਏਕ ਤੁਰੰਗਾ ਕਰ ਦੀਜੇ ਮੇਰੇ ਸੰਗਾ। ਕਿ 1000 ਰੁਪਈਆ ਦਿਓ ਤੇ ਇਹਦੇ ਨਾਲ ਇੱਕ ਵਧੀਆ ਕਿਸਮ ਦਾ ਘੋੜਾ ਜਿਹੜਾ ਹੈ ਉਹ ਵੀ ਸਾਨੂੰ ਭੇਟਾ ਵਜੋਂ ਦਿੱਤਾ ਜਾਵੇ। ਤੇ ਨਾਲ ਹਦਾਇਤ ਕਰ ਦਿੱਤੀ ਕਿ ਜਿਤਨੀ ਦੇਰ ਤੱਕ ਸਤਿਗੁਰੂ ਤੈਨੂੰ ਉਹ ਭੇਟਾ ਨਾ ਦੇਣ, ਤੂੰ ਉੱਥੇ ਬੈਠਣਾ ਨਹੀਂ, ਖਲੋਤੇ ਰਹਿਣਾ ਹੈ। ਯਾਨੀ ਕਿ ਹੱਠ ਕਰਕੇ ਸਤਿਗੁਰੂ ਜੇ ਕੋਈ ਬਹਾਨਾ ਵੀ ਲਗਾਉਣ, ਕੋਈ ਨਾ ਨੁੱਕਰ ਵੀ ਕਰਨ, ਤੇ ਤੂੰ ਵਾਪਸ ਨਹੀਂ ਪਰਤਣਾ, ਨਾ ਤੂੰ ਉੱਥੇ ਟਿਕਣਾ ਹੈ। ਉਨੀ ਦੇਰ ਤੱਕ ਤੂੰ ਖਲੋਤੇ ਰਹਿਣਾ ਹੈ ਜਿਤਨੀ ਦੇਰ ਤੱਕ ਸਤਿਗੁਰੂ ਸਾਰੀ ਭੇਟਾ ਤੈਨੂੰ ਦੇ ਨਹੀਂ ਦਿੰਦੇ। ਤੇ ਸੰਤੋਖ ਸਿੰਘ ਕਹਿੰਦਾ ਹੈ ਵੀ ਇਹ ਸੇਵਕ ਭਾਈ ਕਮਲੀਆ ਜਿਹੜਾ ਹੈ ਸ਼੍ਰੀ ਚੰਦ ਦਾ ਸੁਨੇਹਾ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਾਸ ਅੰਮ੍ਰਿਤਸਰ ਵਿਖੇ ਪਹੁੰਚ ਗਿਆ। ਜਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼੍ਰੀ ਚੰਦ ਦਾ ਸੁਨੇਹਾ ਦੇ ਦਿੱਤਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਇਹ ਭੇਟਾ ਦੇਣੀ ਪ੍ਰਵਾਨ ਕਰਦੇ ਨੇ। ਬੋਲ ਲਿਖੇ ਨੇ ਕਿ ਸ਼੍ਰੀ ਅਰਜਨ ਸੀਤਲ ਛਾਤੀ ਸੁਨ ਮਾਨਤ ਪੇ ਤਿਸ ਬਾਤੀ ਕਹਿ ਬਾਕ ਲਿਹੋ ਤਨਸਾਰੋ ਅਬ ਕੀਜਾ ਜਾਏ ਆਹਾਰੋ। ਕਿ ਸਤਿਗੁਰੂ ਨੇ ਇਸ ਦੀ ਬਾਤ ਮੰਨੀ, ਆਖਿਆ ਕਿ ਜਿੰਨੀ ਭੇਟਾ ਸ਼੍ਰੀ ਚੰਦ ਨੇ ਆਖੀ ਹੈ ਉਹ ਸਾਰੀ ਭੇਟਾ ਅਸੀਂ ਦੇਣ ਵਾਸਤੇ ਤਿਆਰ ਹਾਂ, ਤੁਸੀਂ ਲੈ ਲਵੋ, ਪਰ ਜਾਣ ਤੋਂ ਪਹਿਲਾਂ ਤੁਸੀਂ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਵੋ। ਅਸੀਂ ਭੇਟਾ ਮੰਗਾਉਂਦੇ ਹਾਂ, ਤੁਸੀਂ ਉਤਨੀ ਦੇਰ ਨੂੰ ਜਾ ਕੇ ਪ੍ਰਸ਼ਾਦਾ ਛਕ ਆਓ ਲੰਗਰ ਦੇ ਵਿੱਚੋਂ। ਇੱਕ ਸਿੱਖ ਨੂੰ ਸਤਿਗੁਰਾਂ ਨੇ ਭਾਈ ਕਮਲੀਏ ਦੇ ਨਾਲ ਤੋਰ ਦਿੱਤਾ। ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਜਿਸ ਵੇਲੇ ਇਹ ਭਾਈ ਕਮਲੀਆ ਲੰਗਰ ਦੇ ਵਿੱਚ ਅਪੜਿਆ, ਉੱਥੇ ਮਾਤਾ ਗੰਗਾ ਜੀ ਉਹ ਲੰਗਰ ਵਰਤਾ ਰਹੇ ਨੇ ਤੇ ਇਸ ਭਾਈ ਕਮਲੀਏ ਨੇ ਖਲੋਤਿਆਂ ਖਲੋਤਿਆਂ ਲੰਗਰ ਦੀ ਮੰਗ ਕੀਤੀ। ਮਾਤਾ ਗੰਗਾ ਜੀ ਨੇ ਕੋਈ ਖਾਸ ਧਿਆਨ ਇਹਦੇ ਵੱਲ ਨਾ ਦਿੱਤਾ, ਇਸਨੇ ਦੁਬਾਰਾ ਫਿਰ ਮੰਗ ਕੀਤੀ। ਤੇ ਮਾਤਾ ਗੰਗਾ ਜੀ ਜਿਸ ਵੇਲੇ ਦੇਖਦੇ ਨੇ ਕਿ ਸਾਰੀ ਸੰਗਤ ਜਿਹੜੀ ਹੈ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਪਈ ਹੈ, ਇਹ ਇਕੱਲਾ ਹੈ ਜਿਹੜਾ ਖਲੋਤਾ ਖਲੋਤਾ ਹੀ ਲੰਗਰ ਮੰਗਦਾ ਪਿਆ ਹੈ।
ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਉਸ ਵੇਲੇ ਸੁਭਾਵਕ ਮਾਤਾ ਗੰਗਾ ਜੀ ਨੇ ਇਹ ਵਾਕ ਕਹਿ ਦਿੱਤੇ, ਬੋਲ ਲਿਖੇ ਹਨ ਕਿ ਬਚ ਬੋਲੀ ਅਹਿਦੀ ਜੈਸੇ ਰਹਿ ਖਰੋ ਜਾਚ ਤੇ ਐਸੇ ਨ ਬੈਠੇ ਧੀਰਜ ਪਾਈ ਲੈ ਬਰਤੈ ਭੋਜਨ ਖਾਈ। ਕਿ ਭਲਿਆ ਮਾਨਸਾ ਸਾਰੀ ਪੰਗਤ ਬੈਠ ਕੇ ਪ੍ਰਸ਼ਾਦਾ ਛਕਦੀ ਪਈ ਹੈ, ਤੂੰ ਵੀ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਲੈ। ਤੂੰ ਖਲੋਤਾ ਖਲੋਤਾ ਹੀ ਲੰਗਰ ਦੀ ਮੰਗ ਕਰਦਾ ਪਿਆ ਹੈ। ਤੂੰ ਇਹੋ ਜਿਹਾ ਜਾਪਦਾ ਹੈ ਕਿ ਜਿਵੇਂ ਤੇਰੇ ਕੋਲ ਧੀਰਜ ਨਹੀਂ ਹੈ, ਤੇਰੇ ਕੋਲ ਸਬਰ ਸੰਤੋਖ ਨਹੀਂ ਹੈ। ਖਲੋਤਾ ਖਲੋਤਾ ਹੀ ਬੇਸਬਰਿਆਂ ਵਾਂਗੂ ਭੋਜਨ ਪ੍ਰਸ਼ਾਦਾ ਮੰਗੀ ਜਾ ਰਹੇ ਹੈ। ਸਾਰੀ ਸੰਗਤ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀ ਪਈ ਹੈ, ਪਰ ਤੂੰ ਖਲੋਤਾ ਖਲੋਤਾ ਲੰਗਰ ਮੰਗੀ ਜਾਂਦਾ। ਅਹਿਦੀਆਂ ਵਾਂਗੂ ਸ਼ਬਦ ਉੱਥੇ ਵਰਤ ਦਿੱਤਾ, ਬਚ ਬੋਲੀ ਅਹਿਦੀ ਜੈਸੇ। ਅਹਿਦੀ ਕਹਿੰਦੇ ਨੇ ਸਿਪਾਹੀਆਂ ਨੂੰ। ਮੁਗਲ ਬਾਦਸ਼ਾਹਾਂ ਦੇ ਦਰਬਾਰ ਦੇ ਵਿੱਚ ਇਹਨਾਂ ਅਹਿਦੀਆਂ ਦਾ ਇੱਕ ਖਾਸ ਰੁਤਬਾ ਹੁੰਦਾ ਸੀ ਔਰ ਇਹਨਾਂ ਦਾ ਕੰਮ ਹੁੰਦਾ ਸੀ ਕਿ ਉਚੇਚੇ ਤੌਰ ਤੇ ਬਾਦਸ਼ਾਹ ਦਾ ਕੋਈ ਫਰਮਾਨ ਕਿਸੇ ਜਗ੍ਹਾ ਤੇ ਪਹੁੰਚਾਉਣਾ ਹੋਵੇ ਔਰ ਧੱਕੇ ਦੇ ਨਾਲ ਉਸ ਫਰਮਾਨ ਨੂੰ ਇਹ ਮਨਾ ਕੇ ਆਉਂਦੇ ਸਨ। ਜਿਤਨੀ ਦੇਰ ਤੱਕ ਉਹ ਬਾਦਸ਼ਾਹ ਦਾ ਹੁਕਮ ਮੰਨਿਆ ਨਹੀਂ ਸੀ ਜਾਂਦਾ, ਉਤਨੀ ਦੇਰ ਤੱਕ ਇਹ ਅਹਿਦੀਏ, ਇਹ ਸਿਪਾਹੀ ਜਿਹੜੇ ਸਨ ਉਹ ਵਾਪਸ ਨਹੀਂ ਸਨ ਮੁੜਦੇ। ਸੋ ਇਹ ਅਹਿਦੀਏ ਉਹ ਸਿਪਾਹੀ ਜਿਹੜੇ ਆਮ ਕਰਕੇ ਲੋਕਾਂ ਦੇ ਉੱਤੇ ਧੱਕਾ ਕਰਨ ਵਾਲੇ ਹੁੰਦੇ ਸਨ, ਲੋਕਾਂ ਦੇ ਉੱਤੇ ਜ਼ੋਰ ਜ਼ਬਰ ਕਰਨ ਵਾਲੇ ਹੁੰਦੇ ਸਨ। तो माता गंगा जी ने सुभाविक ये वाक कह दिते कि अहदियां वांगू तू खलोता खलोता लंगर की मंग करदा, पंगत दे विच बैठ के तेनू प्रशादा छकना चाहिदा सी। ये बोल माता गंगा जी ने कह दिते, पर नाल दी नाल इसनू खलोते खलोते नू लंगर भी माता गंगा जी ने दे दिता। इसने लंगर छकिया है और वापस गुरु अर्जन पातशाह जी के पास आया है। संतोख सिंह ने वाक लिखे ने कि गुरु अर्जन पातशाह महाराज जी ने इस दी बनती हुई 1000 रुपये की भेटा भी दी है, नाल एक सोहना घोड़ा भी दिता है और नाल सतगुरा ने अपना एक सिख भेजिया है इस भाई कमलिए नू इस दे अस्थान दे उत्ते छड्डण वास्ते। ते जिस वेले ये भाई कमलिया ये सारी भेटा लैके श्री चंद दे कोल अपड़िया, श्री चंद ने ये कोलों इसका सारा बिरतांत पुछया है कि दस जिस वेले साडा सुनिया जाके गुरु अर्जन पातशाह जी नूं दिता कि गुरु अर्जन पातशाह मन गए उस वेले भेटा देण वास्ते जां उन्होंने किसी किस्म की कोई ना नुक्कर भी कीती सी, सारा प्रसंग सानू सुना। ते संतोख सिंह कहता है कि इस सिख भाई कमलिए ने श्री चंद नूं सारा प्रसंग सुना दिता कि सतगुरु ते बड़ी खुशी दे नाल भेटा देनी प्रवान की सतगुरां ने, ते नाल मैनू आखिया कि तू जाके पहला लंगर दे विचों प्रशादा छक के आ। मैं लंगर दे विच अपड़िया ते तुहाडा हुक्म सी कि बैठना नहीं, मैं खलोतियां खलोतियां लंगर की मंग की ते उस वेले माता गंगा जी ने मैनू ये वाक आखे कि तू अहदियां वांगू खलोता खलोता साडे तो लंगर की मंग क्यों करदा है। ते संतोख सिंह कहता कि जिस वेले श्री चंद ने यह सुनिया, पंक्तियां लिखियां ने उन्हें तुसीं पढ़ सकते हो स्क्रीन के उत्ते कि सुन श्री चंद जिन भै ना रिस तनक तार कह बैना, जे अहदियन भूखे चित चहत कहत बच रूखे, तो अहदी तिन कर आवें रिप कूरे दोष लगावें। कि श्री चंद जिन्हों किसी किस्म का कोई डर नहीं सी, उन्हें उस वेले कह दिता कि अच्छा माता गंगा ने सानू अहदिए आखिया है, सानू भुखे आखिया है, ते जे सानू अहदिए आखिया है तो हुण फिर जिहड़े अहदिए ने वो असल दे विच इन्हां दे घर आउणगे, इन्हां दे उत्ते हुण झूठे इल्जाम लगाउणगे, इन्हां दे उत्ते झूठे दोष लगाउणगे। तिन आवन को फल देखो तुरकेश्वर दुखद विसेखो। इन्हां ने सानू आखिया कि अहदिए, पर अहदिए की हुंदे ने हुण इन्हां नूं पता चल जाएगा जिस वेले वो अहदिए आण के इन्हां नूं दुख देणगे। ते संतोख सिंह कहता भी इम दियो सराप गुर घर को होए होन हार पर हर को। इस तरीके दे नाल इस श्री चंद ने गुरु घर नूं सराप दे दिता। जिहड़ा सिख नाल गया सी उसने उस सारी वार्ता जाके गुरु अर्जन पातशाह महाराज जी नूं सुना दिती। देखो श्री चंद ने गल्लां आखियां, एक वखरा विशा है।
ਪਰ ਕਵੀ ਸੰਤੋਖ ਸਿੰਘ ਕਹਿੰਦਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਵੀ ਉੱਥੇ ਕਹਿੰਦੇ ਨੇ ਕਿ ਸ਼੍ਰੀ ਨਾਨਕ ਨੰਦ ਉਬਾਚਾ ਨ ਮਿਟਹਿ ਹੋਏ ਹੈ ਸਾਚਾ, ਤਪਵਾਨ ਜਤੀ ਬ੍ਰਤ ਪੂਰਾ, ਕਿਮ ਬਨ ਹੈ ਤਿਨ ਬਚ ਕੂਰਾ। ਕਿ ਗੁਰੂ ਅਰਜਨ ਪਾਤਸ਼ਾਹ ਵੀ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਦੀ ਜ਼ੁਬਾਨ ਤੋਂ ਇਹ ਵਾਕ ਨਿਕਲੇ ਹਨ। ਔਰ ਗੁਰੂ ਨਾਨਕ ਦਾ ਪੁੱਤਰ ਬਹੁਤ ਜ਼ਿਆਦਾ ਤਪਵਾਨ ਹੈ, ਬਹੁਤ ਵੱਡਾ ਜਤੀ ਸਤੀ ਹੈ। ਉਸ ਦਾ ਨਿਕਲਿਆ ਹੋਇਆ ਬਚਨ ਜਿਹੜਾ ਹੈ ਇਹ ਝੂਠਾ ਨਹੀਂ ਪੈ ਸਕਦਾ। ਮਾਤਾ ਗੰਗਾ ਜੀ ਨੂੰ ਕਹਿੰਦੇ ਹਨ ਵੀ ਤੁਮ ਸ਼ਰਾਪ ਕਹਾਂ ਕਰ ਲੀਨ, ਤੁਸੀਂ ਤੇ ਸ਼ਰਾਪ ਲੈ ਕੇ ਬਹਿ ਗਏ। ਤੇ ਹੁਣ ਜਿਹੜੇ ਬੋਲ ਬਾਬਾ ਸ਼੍ਰੀ ਚੰਦ ਜੀ ਨੇ ਆਖੇ ਹਨ, ਜਿਹੜਾ ਸ਼ਰਾਪ ਬਾਬਾ ਸ਼੍ਰੀ ਚੰਦ ਜੀ ਨੇ ਦਿੱਤਾ ਹੈ, ਉਹ ਸ਼ਰਾਪ ਦੇ ਬੋਲ ਹੁਣ ਜ਼ਰੂਰ ਪੂਰੇ ਹੋਣਗੇ। ਹੁਣ ਵਾਕਿਆ ਹੀ ਇਹਦੀਏ ਜਿਹੜੇ ਹਨ ਉਹ ਆਪਣੇ ਘਰ ਆਉਣਗੇ ਤੇ ਹੁਣ ਤੁਰਕਾਂ ਦੇ ਹੱਥੋਂ ਆਪਾਂ ਨੂੰ ਸਜ਼ਾ ਮਿਲੇਗੀ, ਆਪਾਂ ਨੂੰ ਦੁੱਖ ਦੇਖਣ ਨੂੰ ਮਿਲਣਗੇ। ਫਿਰ ਪੰਕਤੀਆਂ ਲਿਖੀਆਂ ਨੇ ਵੀ ਇਮ ਭਇਓ ਸ਼ਰਾਪ ਗੁਰ ਜਾਨਾ, ਹੋਏ ਹੋਣ ਹਾਰ ਕੋ ਮਾਨਾ। ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਇਹ ਜਿਹੜਾ ਸ਼ਰਾਪ ਸ਼੍ਰੀ ਚੰਦ ਨੇ ਦਿੱਤਾ ਹੈ ਉਹ ਸ਼ਰਾਪ ਹੁਣ ਪੂਰਾ ਹੋ ਕੇ ਹੀ ਰਹੇਗਾ। ਉਹ ਸ਼ਰਾਪ ਜਿਹੜਾ ਹੈ ਉਹ ਹੁਣ ਸਾਨੂੰ ਮੰਨਣਾ ਹੀ ਪਵੇਗਾ, ਉਹ ਸ਼ਰਾਪ ਹੁਣ ਸਾਨੂੰ ਭੋਗਣਾ ਹੀ ਪਵੇਗਾ। ਯਾਨੀ ਕਿ ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਜਿਹੜੀ ਹੈ ਉਹਨਾਂ ਦੇ ਆਪਣੇ ਉਦੇਸ਼ਾਂ ਕਰਕੇ ਨਹੀਂ ਹੋਈ। ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਉੱਤੇ ਪਹਿਰਾ ਦੇ ਰਹੇ ਸਨ, ਇਸ ਵਾਸਤੇ ਨਹੀਂ ਹੋਈ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਇਸ ਵਾਸਤੇ ਹੋਈ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਰਾਪ ਦਿੱਤੇ ਗਏ ਸਨ। ਉਹ ਸ਼੍ਰੀ ਚੰਦ ਵੱਲੋਂ ਸ਼ਰਾਪ ਮਿਲਿਆ ਹੋਇਆ ਸੀ, ਉਹ ਭਗਤ ਕਾਹਨੇ ਵੱਲੋਂ ਸ਼ਰਾਪ ਮਿਲਿਆ ਹੋਇਆ ਸੀ। ਤੇ ਜਦੋਂ ਤੁਸੀਂ ਇਸ ਗ੍ਰੰਥ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਸਾਰੇ ਪ੍ਰਸੰਗ ਜਿਹੜੇ 8-10 ਪ੍ਰਸੰਗ ਨੇ, ਜਦੋਂ ਉਹਨਾਂ ਸਾਰੇ ਪ੍ਰਸੰਗਾਂ ਨੂੰ ਤੁਸੀਂ ਵੇਖਦੇ ਹੋ, ਪੜ੍ਹਦੇ ਹੋ, ਵਿਚਾਰਦੇ ਹੋ, ਪਤਾ ਚੱਲਦਾ ਬਾਰ-ਬਾਰ ਇਹਨਾਂ ਸ਼ਰਾਪਾਂ ਦੀ ਗੱਲ ਨੂੰ ਕਵੀ ਸੰਤੋਖ ਸਿੰਘ ਦੁਹਰਾਉਂਦੇ ਨੇ, ਬਾਰ-ਬਾਰ। ਜਿਸ ਵੇਲੇ ਇਸ ਗ੍ਰੰਥ ਦੇ ਤੁਸੀਂ 30ਵੇਂ ਅਧਿਆਏ ਦੇ ਉੱਪਰ ਅਪੜਦੇ ਹੋ, ਉਸ ਦਾ ਸਿਰਲੇਖ ਹੈ ਸ਼੍ਰੀ ਹਰਗੋਬਿੰਦ ਜੀ ਪ੍ਰਤੀ ਉਪਦੇਸ਼। ਕਿ ਜਿਸ ਵੇਲੇ ਬਾਦਸ਼ਾਹ ਦੇ ਭੇਜੇ ਹੋਏ ਅਹਿਦੀਏ ਜਿਹੜੇ ਨੇ ਅੰਮ੍ਰਿਤਸਰ ਵਿਖੇ ਅਪੜਦੇ ਨੇ ਔਰ ਬਾਦਸ਼ਾਹ ਦਾ ਸੁਨੇਹਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦਿੰਦੇ ਨੇ, ਉੱਥੇ ਫਿਰ ਕਵੀ ਸੰਤੋਖ ਸਿੰਘ ਨੇ ਪੰਕਤੀਆਂ ਲਿਖੀਆਂ ਨੇ ਕਿ ਸ਼੍ਰੀ ਅਰਜਨ ਸਗਰੀ ਬਿਦ ਜਾਨੀ, ਤਜਨੀ ਕਾਇਆ ਆਪਨ ਪਛਾਨੀ, ਅਰ ਕਾਨੇ ਕੋ ਸਰਾਪ ਚਤਾਰਾ, ਤਜਨ ਦੇ ਦੁੱਖ ਪਾਏ ਉਚਾਰਾ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਗੱਲ ਨੂੰ ਜਾਣ ਲਿਆ ਕਿ ਸਾਡਾ ਸਰੀਰ ਤਿਆਗਣ ਦਾ ਸਮਾਂ ਹੁਣ ਨਜ਼ਦੀਕ ਆ ਗਿਆ ਹੈ। ਕਿਉਂਕਿ ਕਾਹਨੇ ਨੇ ਸਾਨੂੰ ਸਰਾਪ ਦਿੱਤਾ ਹੋਇਆ ਹੈ। ਯਾਨੀ ਕਿ ਉਹਨਾਂ ਅਹਿਦੀਆਂ ਨੂੰ ਘਰ ਆਇਆਂ ਨੂੰ ਦੇਖ ਕੇ ਗੁਰੂ ਅਰਜਨ ਪਾਤਸ਼ਾਹ ਫਿਰ ਇਹ ਆਖਦੇ ਹਨ ਕਿ ਕਾਹਨੇ ਦਾ ਦਿੱਤਾ ਹੋਇਆ ਸਰਾਪ ਹੁਣ ਪੂਰਾ ਹੋਣ ਵਾਲਾ ਹੈ। ਹੁਣ ਸਾਨੂੰ ਆਪਣਾ ਸਰੀਰ ਤਿਆਗਣਾ ਪਵੇਗਾ। ਹੁਣ ਸਾਨੂੰ ਆਪਣੇ ਸਰੀਰ ਦੇ ਉੱਤੇ ਦੁੱਖ ਜਿਹੜੇ ਹਨ ਉਹ ਭੋਗਣੇ ਪੈਣਗੇ। ਉਸ ਵੇਲੇ ਵੀ ਗੁਰੂ ਅਰਜਨ ਪਾਤਸ਼ਾਹ ਜੀ ਕਾਹਨੇ ਦੇ ਦਿੱਤੇ ਹੋਏ ਸ਼ਰਾਪ ਨੂੰ ਚੇਤੇ ਕਰਦੇ ਹਨ। ਫਿਰ ਇਸ ਤੋਂ ਬਾਅਦ ਜਦੋਂ ਤੁਸੀਂ 34ਵੇਂ ਅਧਿਆਇ ਤੇ ਅਪੜਦੇ ਹੋ, ਜਿਸ ਦਾ ਸਿਰਲੇਖ ਹੈ ਚੰਦੂ ਗ੍ਰਹਿ ਕਸ਼ਟ ਤਪਤ ਨੀਰ, ਜਿੱਥੇ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦਿੱਤੇ ਜਾ ਰਹੇ ਤਸੀਹਿਆਂ ਦਾ ਜ਼ਿਕਰ ਕਵੀ ਸੰਤੋਖ ਸਿੰਘ ਨੇ ਕੀਤਾ ਹੈ। ਉਸ ਅਧਿਆਇ ਦੇ ਵੀ 37ਵੇਂ ਪਦੇ ਦੇ ਉੱਤੇ ਤੁਸੀਂ ਜਦੋਂ ਅਪੜਦੇ ਹੋ ਤੇ ਉੱਥੇ ਪੰਕਤੀਆਂ ਲਿਖੀਆਂ ਤੁਸੀਂ ਦੇਖੋਗੇ ਕਿ ਸਮਦਾ ਬਾਰ-ਬਾਰ ਤਪਤਾਇਓ, ਬਾਰ-ਬਾਰ ਲਿਹੋ ਮਾਨ ਸੁਣਾਇਓ। ਕਿ ਲੱਕੜਾਂ ਬਾਲ ਕੇ ਬਾਰ-ਬਾਰ ਪਾਣੀ ਨੂੰ ਗਰਮ ਕੀਤਾ ਗਿਆ ਤੇ ਨਾਲ-ਨਾਲ ਬਾਰ-ਬਾਰ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਈਨ ਮੰਨਣ ਵਾਸਤੇ ਆਖਿਆ ਜਾ ਰਿਹਾ ਹੈ। ਪਰ ਸੁਨ ਸਤਿਗੁਰ ਕੁਛ ਹਿਰਦੈ ਨਾ ਆਨੀ, ਚਿਤੈ ਸ਼ਰਾਪ ਕਾਨਾ ਬ੍ਰਹਮ ਗਿਆਨੀ। ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਦੀਆਂ ਆਖੀਆਂ ਜਾ ਰਹੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੇ, ਬਲਕਿ ਉਸ ਵੇਲੇ ਵੀ ਆਪਣੇ ਚਿੱਤ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਕਾਹਨੇ ਦੇ ਦਿੱਤੇ ਹੋਏ ਸਰਾਪ ਨੂੰ ਚੇਤੇ ਕਰ ਰਹੇ ਹਨ। ਬਲਕਿ ਸੰਤੋਖ ਸਿੰਘ ਇੱਥੇ ਕਾਹਨੇ ਨੂੰ ਬ੍ਰਹਮ ਗਿਆਨੀ ਕਰਕੇ ਲਿਖਦਾ ਪਿਆ ਹੈ ਕਿ ਚਿਤੈ ਸ਼ਰਾਪ ਕਾਹਨਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਭਗਤ ਕਾਹਨੇ ਦੇ ਦਿੱਤੇ ਹੋਏ ਸਰਾਪ ਨੂੰ ਗੁਰੂ ਅਰਜਨ ਪਾਤਸ਼ਾਹ
ਉਸ ਵੇਲੇ ਵੀ ਚੇਤੇ ਕਰ ਰਹੇ ਹਨ ਜਿਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਫਿਰ ਇਸ ਤੋਂ ਬਾਅਦ ਜੇ ਤੁਸੀਂ ਇਸ ਤੋਂ ਅਗਲੇ ਅਧਿਆਏ ਦੇ ਵਿੱਚ ਵੀ ਅਪੜਦੇ ਹੋ, ਤੁਸੀਂ 35ਵੇਂ ਅਧਿਆਏ ਨੂੰ ਦੇਖੋ। 35ਵੇਂ ਅਧਿਆਏ ਦਾ ਸਿਰਲੇਖ ਹੈ ਚੰਦੂ ਦੀ ਨੂੰਹ ਤੇ ਬਾਰੂ ਤਪਤ। ਔਰ ਇਸ ਅਧਿਆਏ ਦੇ ਵੀ ਜਿਸ ਵੇਲੇ ਤੁਸੀਂ 51ਵੇਂ ਪਦੇ ਦੇ ਉੱਤੇ ਅਪੜਦੇ ਹੋ ਤੇ ਉੱਥੇ ਬੋਲ ਲਿਖੇ ਨੇ, ਸਭ ਤਨ ਪਰ ਜਰਬੇ ਬ੍ਰਿਣ ਭਏ, ਕਾਨਾ ਸ਼ਰਾਪ ਸਾਚ ਚਹਿ ਕਏ, ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸਰੀਰ ਜਿਹੜਾ ਹੈ ਉਹ ਹੁਣ ਛਾਲਿਆਂ ਦੇ ਨਾਲ ਭਰ ਚੁੱਕਾ ਹੈ। ਤੇ ਜਿਸ ਵੇਲੇ ਸਤਿਗੁਰਾਂ ਦਾ ਸਰੀਰ ਛਾਲਿਆਂ ਦੇ ਨਾਲ ਭਰਿਆ ਹੋਇਆ, ਉਸ ਵੇਲੇ ਵੀ ਪੰਕਤੀ ਇਹ ਲਿਖੀ ਵੀ ਕਾਨਾ ਸ਼ਰਾਪ ਸਾਚ ਚਹਿ ਕਏ। ਗੁਰੂ ਅਰਜਨ ਪਾਤਸ਼ਾਹ ਜੀ ਕਾਨੇ ਭਗਤ ਦੇ ਦਿੱਤੇ ਹੋਏ ਸ਼ਰਾਪ ਨੂੰ ਸੱਚ ਸਾਬਤ ਕਰ ਰਹੇ ਹਨ। ਜਾਨੀ ਕਿ ਇਹਨਾਂ ਸ਼ਰਾਪਾਂ ਦੀ ਗੱਲ ਨੂੰ ਕਵੀ ਸੰਤੋਖ ਸਿੰਘ ਨੇ ਬਾਰ-ਬਾਰ ਇਹਨਾਂ ਪ੍ਰਸੰਗਾਂ ਦੇ ਵਿੱਚ ਉਜਾਗਰ ਕੀਤਾ ਹੈ, ਤਾਂ ਜੋ ਪੜ੍ਹਨ ਸੁਣਨ ਵਾਲਿਆਂ ਦਾ ਇਹਨਾਂ ਸ਼ਰਾਪਾਂ ਤੋਂ ਇਲਾਵਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕੋਈ ਹੋਰ ਕਾਰਨ ਹੋ ਸਕਦਾ ਹੈ, ਉਸ ਪਾਸੇ ਵੱਲ ਵੀ ਧਿਆਨ ਜਾ ਸਕੇ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਜਿਹੜੇ ਅਸਲ ਕਾਰਨ ਸਨ ਉਹ ਸੰਸਾਰ ਦੇ ਸਾਹਮਣੇ ਆ ਸਕਣ। ਇਹ ਤੇ ਆਪਾਂ ਵਿਚਾਰਦੇ ਸੀ ਕਿ ਸਤਿਗੁਰਾਂ ਦੀ ਸ਼ਹਾਦਤ ਕਿਉਂ ਹੋਈ, ਕਾਰਨ ਕੀ ਸਨ। ਤੇ ਕਵੀ ਸੰਤੋਖ ਸਿੰਘ ਨੇ ਸਾਰੇ ਦਾ ਸਾਰਾ ਭਾਂਡਾ ਭੰਨ ਦਿੱਤਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਸਰਾਪੇ ਹੋਏ ਸਨ। ਉਹਨਾਂ ਨੂੰ ਸ਼੍ਰੀ ਚੰਦ ਨੇ ਸ਼ਰਾਪ ਦਿੱਤਾ ਹੋਇਆ ਸੀ, ਉਹਨਾਂ ਨੂੰ ਬ੍ਰਹਮ ਗਿਆਨੀ ਭਗਤ ਕਾਨੇ ਨੇ ਸ਼ਰਾਪ ਦਿੱਤਾ ਹੋਇਆ ਸੀ। ਤੇ ਜੇ ਕਿਧਰੇ ਇਸ ਤੋਂ ਇਲਾਵਾ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਇਹ ਦੇਖਣ ਦਾ ਯਤਨ ਕਰੀਏ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਕਿਸ ਤਰੀਕੇ ਦੇ ਨਾਲ ਸੀ, ਕਿਹਨਾਂ ਕਾਰਨਾਂ ਕਰਕੇ ਹੋਈ, ਉਹ ਆਪਾਂ ਅੱਜ ਵਿਚਾਰਿਆ, ਪਰ ਕਿਸ ਤਰੀਕੇ ਦੇ ਨਾਲ ਹੋਈ ਉਹਦੇ ਵਾਸਤੇ ਸ਼ਾਇਦ ਆਪਾਂ ਨੂੰ ਇੱਕ ਵੱਖਰੀ ਵੀਡੀਓ ਤਿਆਰ ਕਰਨੀ ਪਵੇਗੀ। ਪਰ ਹਾਂ, ਸੰਖੇਪ ਦੇ ਵਿੱਚ ਮੈਂ ਜ਼ਰੂਰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਇਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ, ਇਸ ਤਰੀਕੇ ਦੇ ਨਾਲ ਉਹਨਾਂ ਦਾ ਚਲਾਣਾ ਹੋਇਆ, ਜੇ ਅੱਜ ਕਿਸੇ ਵੀ ਮਨੁੱਖ ਦੇ ਅੱਗੇ ਤੁਸੀਂ ਇਹ ਪ੍ਰਸੰਗ ਹੂਬਹੂ ਇਸੇ ਤਰੀਕੇ ਦੇ ਨਾਲ ਹੀ ਪੜ੍ਹ ਕੇ ਸੁਣਾ ਦਿਓਗੇ ਤੇ ਉਹ ਮਨੁੱਖ ਥੋੜਾ ਜਿਹਾ ਵੀ ਦਿਮਾਗ ਰੱਖਣ ਵਾਲਾ ਹੋਇਆ, ਉਹਨੇ ਸੁਣ ਕੇ ਕਹਿ ਦੇਣਾ ਹੈ ਕਿ ਤੁਸੀਂ ਝੂਠ ਬੋਲਦੇ ਹੋ, ਇਹ ਮਿਥਹਾਸ ਹੈ, ਇਹ ਸੱਚ ਨਹੀਂ ਹੈ, ਇਸ ਤਰੀਕੇ ਦੇ ਨਾਲ ਨਹੀਂ ਹੁੰਦਾ। ਸੰਸਾਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਵੀ ਇਨਕਾਰੀ ਹੋ ਜਾਵੇਗਾ ਜੇ ਅਸੀਂ ਇਹਨਾਂ ਗ੍ਰੰਥਾਂ ਨੂੰ ਆਧਾਰ ਬਣਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਸੰਸਾਰ ਦੇ ਲੋਕਾਂ ਨੂੰ ਸੁਣਾਵਾਂਗੇ। ਲੋਕੀ ਸਾਡੇ ਤੇ ਸਵਾਲ ਕਰਨਗੇ। ਦੇਖੋ, ਜੇ ਅੱਜ ਅਸੀਂ ਤਰਕ ਕਰਦੇ ਹਾਂ, ਹਿੰਦੂਆਂ ਦੇ ਉੱਤੇ ਤਰਕ ਕਰਦੇ ਹਾਂ, ਉਹਨਾਂ ਦੇ ਅਵਤਾਰਾਂ ਦੀਆਂ ਸੁਣਾਈਆਂ ਜਾ ਰਹੀਆਂ ਕਥਾ ਕਹਾਣੀਆਂ ਦੇ ਉੱਤੇ ਤਰਕ ਕਰਦੇ ਹਾਂ, ਈਸਾਈਅਤ ਦੇ ਉੱਤੇ ਤਰਕ ਕਰਦੇ ਹਾਂ, ਹਜ਼ਰਤ ਈਸਾ ਦੇ ਉੱਤੇ ਤਰਕ ਕਰਦੇ ਹਾਂ, ਇਸਲਾਮ ਦੇ ਉੱਤੇ ਤਰਕ ਕਰਦੇ ਹਾਂ, ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਤਰਕ ਕਰਦੇ ਹਾਂ, ਕੇਵਲ ਇਸ ਵਾਸਤੇ ਅਸੀਂ ਕਹਿ ਦਿੰਦੇ ਹਾਂ ਕਿ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਨਾਲ ਜੋੜ ਕੇ ਸੁਣਾਈਆਂ ਜਾ ਰਹੀਆਂ ਹਨ ਉਹ ਪ੍ਰੈਕਟੀਕਲ ਨਹੀਂ ਹਨ, ਉਹ ਗੈਰ ਕੁਦਰਤੀ ਨੇ, ਉਹ ਕੁਦਰਤ ਦੇ ਵਿਧਾਨ ਦੇ ਉਲਟ ਨੇ, ਉਹ ਹੋ ਨਹੀਂ ਸਕਦੀਆਂ। ਤੇ ਉਹੀ ਤਰਕ ਜਿਹੜੇ ਹਨ ਉਹ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਉੱਪਰ ਵੀ ਲੱਗਣਗੇ। ਇਸ ਵਾਸਤੇ ਗੈਰ ਕੁਦਰਤੀ ਘਟਨਾਵਾਂ ਜਿਹੜੀਆਂ ਪ੍ਰੈਕਟੀਕਲ ਨਹੀਂ ਹੋ ਸਕਦੀਆਂ, ਜੇ ਇਹੋ ਜਿਹੀਆਂ ਘਟਨਾਵਾਂ ਗੁਰੂਆਂ ਦੇ ਜੀਵਨ ਦੇ ਨਾਲ ਜੋੜ ਕੇ ਅਸੀਂ ਸੰਸਾਰ ਨੂੰ ਸੁਣਾਉਣੀਆਂ ਹਨ ਤੇ ਫਿਰ ਉਹਨਾਂ ਘਟਨਾਵਾਂ ਦੇ ਉੱਤੇ ਉੱਠਣ ਵਾਲੇ ਸਵਾਲ ਸੁਣਨ ਦਾ ਜਿਗਰਾ ਵੀ ਸਾਨੂੰ ਰੱਖਣਾ ਪਵੇਗਾ, ਤਿਆਰ ਹੋਣਾ ਪਵੇਗਾ। ਤੇ ਜਾਂ ਫਿਰ ਇਹ ਜਿੰਨੇ ਵੀ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਗੈਰ ਕੁਦਰਤੀ ਕਥਾ ਕਹਾਣੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜੋੜ ਕੇ ਲਿਖੀਆਂ ਹੋਈਆਂ ਹਨ, ਸਾਨੂੰ ਉਹਨਾਂ ਸਾਰਿਆਂ ਗ੍ਰੰਥਾਂ ਨੂੰ ਰੱਦ ਕਰਕੇ ਉਹਨਾਂ ਨੂੰ ਸਿੱਖੀ ਦੇ ਵਿਹੜੇ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਹੰਭਲਾ ਮਾਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।